हर ज़ायरे चमन से कहती है खाके बाग, हर ज़ायरे चमन से कहती है खाके बाग, गाफिल न रहे जहां में तू गर्दों की चाल से। सींचा गया है खूने शहीदा से इसका दुख, तू आंसुओं की बुख्ल न कर इस निहाल से। उस विसाखी दे दिन जो लोग इस बाग में शहीद हुए सन, उन सिख सन न हिंदू न मुसलमान। उस विसाखी खून न लथपथ होया सी पूरा हिंदुस्तान। ਉਹ ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਐਤਵਾਰ ਦੀ ਇੱਕ ਸਵੇਰ ਸੀ। ਪੰਜਾਬ ਦੀ ਧਰਤੀ ਤੇ ਆਉਣ ਵਾਲੇ ਸਭ ਤੋਂ ਖੂਬਸੂਰਤ ਦਿਨ ਦੀ ਸਵੇਰ, ਜਦ ਸਾਰਾ ਪੰਜਾਬ ਵਿਸਾਖੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ। ਪਤਾ ਨਹੀਂ ਕਿੰਨੇ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਮਨਾਉਣ ਆਏ ਹੋਏ ਸਨ। ਠੀਕ ਉਸੇ ਦਿਨ ਕਾਂਗਰਸ ਦੇ ਨੇਤਾਵਾਂ ਨੇ ਜਲਿਆਂਵਾਲਾ ਬਾਗ ਵਿੱਚ ਸ਼ਾਮੀ 4:30 ਵਜੇ ਇੱਕ ਸਭਾ ਕਰਨ ਦਾ ਫੈਸਲਾ ਲਿਆ ਸੀ। ਉਹਨਾਂ ਦਾ ਇਰਾਦਾ ਡਾਕਟਰ ਸਤਿਆਪਾਲ ਅਤੇ ਡਾਕਟਰ ਕਿਚਲੂ ਦੀ ਰਿਹਾਈ ਅਤੇ ਕਾਲੇ ਕਾਨੂੰਨ ਦੀ ਵਾਪਸੀ ਦੀ ਮੰਗ ਕਰਨਾ ਸੀ। ਵਿਸਾਖੀ ਦੀਆਂ ਖੁਸ਼ੀਆਂ ਦੇ ਵਿਚਕਾਰ ਜਿਉਂ-ਜਿਉਂ ਦਿਨ ਅਗਾਂਹ ਵਧਿਆ, ਇੱਕ ਛੋਟਾ ਜਿਹਾ ਬੱਚਾ ਟੀਨ ਦਾ ਕਨਸਤਰ ਵਜਾਉਂਦਾ ਹੋਇਆ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਇਹ ਸੁਨੇਹਾ ਦਿੰਦੇ ਹੋਏ ਨਿਕਲਿਆ, ਜਿਉਂ ਹੀ ਇਸ ਬੱਚੇ ਦੀ ਮੁਨਾਦੀ ਨੂੰ ਵਿਸਾਖੀ ਮਨਾਉਂਦੇ ਹੋਏ ਲੋਕਾਂ ਨੇ ਸੁਣਿਆ ਤੇ ਸੋਚਿਆ ਕਿ ਜ਼ੁਲਮ ਦਾ ਵਿਰੋਧ ਕਰਨਾ ਤਾਂ ਕੋਈ ਜੁਰਮ ਨਹੀਂ है। वीर जी बाग पे आ रहे हो कि नहीं आ रहे हो? हाँ सुना है, सभा है कोई। आप चलो, हम मत्था टेक के आए बस। अजी सुने हैं कोई कानून लगाया सरकार ने? हाँ सुना तो मैंने भी वही, शाम को बाग में पता चल ही जाएगा। वैसे परजाई जी आप आ रहे हो ना? आहो, जस्सी को लेके पहुंच जाऊंगी 4:30 बजे। ਵੈਸੇ ਵੀ ਜਲਿਆਂਵਾਲੇ ਬਾਗ ਵਿੱਚ ਲੋਕ ਪਹਿਲਾਂ ਤੋਂ ਹੀ ਆਪਸ ਵਿੱਚ ਖੁਸ਼ੀਆਂ ਵੰਡ ਰਹੇ ਸਨ, ਆਰਾਮ ਕਰ ਰਹੇ ਸਨ, ਪਰ ਉਹਨਾਂ ਮਾਸੂਮ ਲੋਕਾਂ ਨੂੰ ਖਬਰ ਨਹੀਂ ਸੀ ਕਿ ਜਨਰਲ ਡਾਇਰ ਨੇ ਅੰਮ੍ਰਿਤਸਰ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ ਹੈ। ਪ੍ਰਭਾਤ ਫੇਰੀਆਂ ਕੱਢਣ ਅਤੇ ਜਲਸੇ ਕਰਨ ਤੇ ਰੋਕ ਲਗਾ ਦਿੱਤੀ ਹੈ, क्योंकि सरकार ने मार्शल लॉ लगाने का कोई ऐलान नहीं करवाया सी। तकरीबन दोपहर 12:30 बजे के करीब जनरल डायर को जलियांवाला बाग में होने वाली सभा की जानकारी मिली। साहब सुना है कोई सभा होने वाली है। साहब बाग में, जलियांवाला बाग में। सुना तो था यही 4-4:30 के करीब। जनरल डायर यो ही ना सी जो अगे चल के अंग्रेज हुकूमत के जुल्म सितम का सब तो काला अध्याय बनन वाला सी। ओ अंग्रेज हुकूमत जिसने भारत में इंसान के हक में उठन वाली हर आवाज नूं हर तरह नाल कुचलन की कोशिश की सी। फिर चाहे वो आवाज गर्ज विचों उठी होवे या खामोशी विचों। 1770 में सन्यासियों के फकीरां ने संघर्ष किया
ਤੇ ਸਨ 1857 ਵਿੱਚ ਪੂਰੇ ਦੇਸ਼ ਨੇ ਇੱਕ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਪਹਿਲੇ ਸੁਤੰਤਰਤਾ ਸੰਗਰਾਮ ਦੀ ਹੰਕਾਰ ਭਰੀ। ਇਸ ਸੰਗਰਾਮ ਦੀ ਹੰਕਾਰ ਨੂੰ ਅੰਗਰੇਜ਼ਾਂ ਨੇ ਦਬਾ ਜ਼ਰੂਰ ਦਿੱਤਾ, ਪਰ ਹੰਕਾਰ ਜਦੋਂ ਤੱਕ ਜ਼ਿੰਦਾ ਹੈ ਉਹ ਮੂੰਹ ਤੇ ਰੱਖੀ ਹਥੇਲੀ ਵਿੱਚੋਂ ਵੀ ਫੁੱਟ ਕੇ ਨਿਕਲਦੀ ਰਹਿੰਦੀ ਹੈ। ਕਦੇ ਕ੍ਰਾਂਤੀਕਾਰੀਆਂ ਨੇ ਆਜ਼ਾਦੀ ਦਾ ਬੀੜਾ ਚੁੱਕਿਆ ਅਤੇ ਕਦੇ ਕਾਂਗਰਸ ਦੇ ਗਰਮ ਦਲ ਨੇ। ਇੱਕ ਪਾਸੇ ਗਦਰ ਪਾਰਟੀ ਨੇ ਵਿਦੇਸ਼ਾਂ ਵਿੱਚ ਆਜ਼ਾਦੀ ਦਾ ਸੰਗਰਾਮ ਛੇੜ ਦਿੱਤਾ ਸੀ, ਤਾਂ ਦੂਜੇ ਪਾਸੇ ਪੰਜਾਬ ਵਿੱਚ ਵੀ ਉਹ ਦੇਸ਼ ਦੀ ਆਜ਼ਾਦੀ ਲਈ ਤਿਆਰ ਸਨ। ਸਨ 1915 ਵਿੱਚ ਰਾਸ ਬਿਹਾਰੀ ਬੋਸ ਨੇ ਪੰਜਾਬ ਆ ਕੇ ਲਾਹੌਰ, ਫਿਰੋਜ਼ਪੁਰ, ਅੰਮ੍ਰਿਤਸਰ, ਨਨਕਾਣਾ ਸਾਹਿਬ ਅਤੇ ਤਰਨਤਾਰਨ ਵਿੱਚ ਆਪਣੇ ਦੂਤਾਂ ਦੇ ਜ਼ਰੀਏ ਅੰਗਰੇਜ਼ੀ ਸੈਨਾ ਵਿੱਚ ਭਰਤੀ ਭਾਰਤੀ ਸੈਨਿਕਾਂ ਨਾਲ ਸ਼ਸਤਰ ਸਮੇਤ ਕ੍ਰਾਂਤੀ ਲਈ ਸੰਪਰਕ ਕੀਤਾ ਸੀ। ਪਰ ਕਿਸੇ ਤਰ੍ਹਾਂ ਇਹ ਯੋਜਨਾ ਅੰਗਰੇਜ਼ਾਂ ਨੂੰ ਪਤਾ ਲੱਗ ਗਈ ਅਤੇ ਕਈ ਕ੍ਰਾਂਤੀਕਾਰੀ ਗ੍ਰਿਫਤਾਰ ਕਰ ਲਏ ਗਏ। 16 ਨਵੰਬਰ 1915 ਵਾਲੇ ਦਿਨ 19 ਸਾਲਾ ਬਾਲਕ ਕਰਤਾਰ ਸਿੰਘ ਸਰਾਭਾ ਨੂੰ ਅੰਗਰੇਜ਼ਾਂ ਨੇ ਲਾਹੌਰ ਦੀ ਜੇਲ੍ਹ ਵਿੱਚ ਫਾਂਸੀ ਦੇ ਫੰਦੇ ਤੇ ਲਟਕਾ ਦਿੱਤਾ। ਸਨ 1918 ਵਿੱਚ ਸੈਨ ਫਰਾਂਸਿਸਕੋ ਵਿੱਚ ਗਦਰ ਪਾਰਟੀ ਦੇ ਮੈਂਬਰਾਂ ਤੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਇਹ ਪਹਿਲੇ ਵਿਸ਼ਵ ਯੁੱਧ ਦਾ ਸਮਾਂ ਸੀ ਅਤੇ ਅੰਗਰੇਜ਼ਾਂ ਨੇ ਆਪਣੇ ਹਿੱਤ ਦੇ ਇਸ ਯੁੱਧ ਵਿੱਚ ਭਾਰਤ ਨੂੰ ਵੀ ਝੋਕ ਦਿੱਤਾ ਸੀ। ਇਸ ਯੁੱਧ ਵਿੱਚ ਅੰਗਰੇਜ਼ਾਂ ਨੇ ਭਾਰਤ ਦੀ ਸੰਪत्ति, ਯੁੱਧ ਸਮੱਗਰੀ ਅਤੇ ਸੈਨਿਕਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਅਤੇ ਬਦਲੇ ਵਿੱਚ ਭਾਰਤ ਨੂੰ ਕੀ ਮਿਲਿਆ? ਇੱਕ ਕਾਲਾ ਕਾਨੂੰਨ, ਰੌਲਟ ਐਕਟ। ਆਮ ਹਿੰਦੁਸਤਾਨੀ ਦੀ ਜ਼ਬਾਨ ਵਿੱਚ ਇਸ ਐਕਟ ਨੂੰ ਨਾ ਵਕੀਲ, ਨਾ ਦਲੀਲ, ਨਾ ਅਪੀਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਐਕਟ ਦੇ ਪਾਸ ਹੋਣ ਮਗਰੋਂ ਪੁਲਿਸ ਚਾਹੇ ਜਿਸ ਦੀ ਵੀ ਤਲਾਸ਼ੀ ਲੈ ਸਕਦੀ ਸੀ, ਬਿਨਾਂ ਕਾਰਨ ਕਿਸੇ ਨੂੰ ਵੀ 2 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਇਸ ਦੇ ਇਸਤੇਮਾਲ ਕਰਕੇ ਭਾਰਤੀ ਅਖਬਾਰਾਂ ਦੀ ਕਲਮ ਟੁੱਟ ਸਕਦੀ ਸੀ। ਫਿਰ ਭਾਰਤ ਨੇ ਇਸ ਕਾਲੇ ਕਾਨੂੰਨ ਦਾ ਜਵਾਬ ਦਿੱਤਾ ਸੱਤਿਆਗ੍ਰਹਿ ਦੇ ਨਾਲ। ਦੇਸ਼ ਭਰ ਵਿੱਚ ਇਸ ਦੇ ਵਿਰੋਧ ਵਿੱਚ ਸਭਾਵਾਂ ਤੇ ਅੰਦੋਲਨ ਹੋਣ ਲੱਗੇ। ਫਿਰ 30 ਮਾਰਚ 1919 ਵਾਲੇ ਦਿਨ ਦਿੱਲੀ ਵਿੱਚ 60 ਨਿਹੱਥੇ ਲੋਕਾਂ ਨੂੰ ਸਰਕਾਰੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਪੰਜਾਬ ਵਿੱਚ ਡਾਕਟਰ ਸਤਿਆਪਾਲ ਅਤੇ ਡਾਕਟਰ ਕਿਚਲੂ ਇਸੇ ਕਾਨੂੰਨ ਦੇ ਵਿਰੋਧ ਦੀ ਪ੍ਰਧਾਨਗੀ ਕਰ ਰਹੇ ਸਨ। ਉਦੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਦੀ ਜਨਤਾ ਨੇ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਅਤੇ ਉਹਨਾਂ ਦੀ ਰਿਹਾਈ ਲਈ ਕਈ ਅਰਜ਼ੀਆਂ ਦਿੱਤੀਆਂ, ਪਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਾਇਰ ਤੇ ਇਸ ਦਾ ਕੋਈ ਅਸਰ ਨਾ ਹੋਇਆ। ਉਸ ਦੇ ਇਰਾਦੇ ਤਾਂ ਕੁਝ ਹੋਰ ਹੀ ਸਨ। 9 ਅਪ੍ਰੈਲ 1919 ਰਾਮ ਨੌਮੀ ਵਾਲੇ ਤਿਉਹਾਰ ਤੇ ਅੰਮ੍ਰਿਤਸਰ ਵਿੱਚ ਸ਼ਾਂਤੀ ਬਣੀ ਰਹੀ। ਫਿਰ ਵੀ ਅੰਗਰੇਜ਼ਾਂ ਨੇ ਉਸ ਦਿਨ ਮਹਾਤਮਾ ਗਾਂਧੀ ਦੇ ਉੱਥੇ ਆਉਣ ਤੇ ਰੋਕ ਲਗਾ ਦਿੱਤੀ ਅਤੇ ਉਹਨਾਂ ਨੂੰ पलवल ते ही गिरफ्तार कर लिया। आप यहाँ से आगे नहीं जा सकते, आपको गिरफ्तार किया जाता है। You are under arrest। इस दे विरोध विच पंजाब विच कई थावां ते सभावां होईयां, पर लोकां नूं इह पता नहीं सी कि उन्हां दे इस अहिंसात्मक प्रतिरोध दा जवाब अंग्रेज इन्ने जुल्म सितम नाल देणगे। माइकल ओडायर ने जनरल डायर नूं सेना दी टुकड़ियां समेत जलंधर तो बुलवा लिया। जनरल, रिपोर्ट here immediately with your troops। तुम्हारी यहाँ जरूरत है। इन हिंदुस्तानियों को काबू में लाना पड़ेगा। Yes, sir. I am coming. जब जलियांवाला बाग अंदर विसाखी मनाउण आए
हजारों हिंदुस्तानी अपने नेता हंसराज को सुन रहे सन। एक हवाई जहाज उन्होंने उत्तों दी गुजरिया। दरअसल अंग्रेज हवाई जहाज राही बाग दा मुआयना कर रहे सन। ਇਹ ਦੇਖ ਕੇ ਉੱਥੇ ਦੇ ਲੋਕਾਂ ਵਿੱਚ ਬੇਚੈਨੀ ਵੱਧ ਗਈ। शांति बनाए रखिए, शांति बनाए रखिए, डरने की कोई बात नहीं है। ਪਰ ਉਹਨਾਂ ਦੇ ਨੇਤਾ ਨੇ ਉਹਨਾਂ ਨੂੰ ਹੌਸਲਾ ਦਿੱਤਾ। ਇੰਨੀ ਦੇਰ ਨੂੰ ਦੂਰੋਂ ਗਲੀ ਵਿੱਚੋਂ ਕੁਝ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਬਖਤਰਬੰਦ ਗੱਡੀਆਂ ਗਲੀ ਦੇ ਪਾਰ ਆ ਕੇ ਰੁਕੀਆਂ। जनरल डायर अपने 90 सैनिकों समेत बाग में आ चुका है। अगर हमने हाथ उठाया या हिंसा की तो हम उनसे अलग कैसे हुए? लोगों में कुछ हलचल जही हुई, पर हंसराज ने उन्होंने फिर हौसला दिता। डरने की कोई बात नहीं है, हम शांति से बात करेंगे। शांति नाल गल करते लोगों को किस कोलों खतरा हो सकता सी। लोग कुछ सोचते उस तो पहला जनरल डायर ने अपने सिपाहियों को पोजीशन लैंड का हुक्म दिता। लोगों में खौफ बढ़ता जा रहा सी। औरतां अपने बच्चों को देख के दहशत नाल काबू रही सन। आदमी अपने परिवारों को अपनी बाहों में समेटी चीखा दे समुद्र में डूबते जा रहे सन। बच्चों को तब पता भी नहीं सी कि उन्होंने मासूम खिड़े चेहरे कुछ ही देर मगरों एक गहरी और ठंडी खामोशी में गुलाचन पाई सी। न कोई चेतावनी, न बाग खाली करने का ऐलान, न सभा बंद करने का हुक्म, सीधे इको हुक्म जारी होया। गोलियां बंदूकों दियां नलियां चो फड़न लगी। लोग बेतहाशा अपनी जाना बचाने लई इधर उधर भज रहे सन। पर ना अंग्रेज हुकूमत दी बंदूकां रुकियां ते ना ही डायर दी अखां विच कोई इंसानियत जागी। जो गोलियां उन्हां बेगुनाहां दे जिस्मां नूं चीरदियां दीवारां विच खुब गईयां सन, वो अज भी दीवारां विच दफन हन। गोलियां चलती रही। अंग्रेजों दी गोलियां तो जाना बचाने हुए उन्होंने लोगों ने उस दिन एक उम्मीद सी। बाग विच मौजूद खूह लोग बचते बचाते उस विच छाल मारते गए। हौली हौली वो खूह जिंदा के मुर्दे नाल भरता चला गया। खूह इंसान दी प्यास बुझाता है, पर उस दिन उस खूह ने शैतान दी प्यास बुझाई सी। एक खूह इस इतिहासिक मैदान विच गूंजदा होया एक काला स्थान है, जिसमें अज भी उन्हां बेगुनाहां दियां चीखां गूंज रहियां हन। उस दिन जलियांवाला बाग विच खूनी जनरल डायर दियां प्यासियां बंदूकां गोलियां खत्म होने तक चलदियां रहियां अते हिंदुस्तानी शहीद होंदे रहे। उसनूं तां यह अफसोस हो रहा सी कि गली पीड़ी होने कारण वो अपनी मशीन गन उत्थे तक नहीं ले जा सकिया सी। जलियांवाला बाग दे इस कतलेआम विच उस दिन डायर ने अपने 90 सैनिकों नाल 10 मिनट विच 1650 गोलियां दागियां, जिस नाल 1000 तो ज्यादा भारती शहीद हुए अते 1500 तो ज्यादा जख्मी। उन्हां दरिंदियां ने तां बच्चियां नूं भी नहीं छड्डिया। उस दिन
15 ਬੱਚਿਆਂ ਨੂੰ ਗੋਲੀਆਂ ਮਾਰੀਆਂ ਗਈਆਂ। ਉਹਨਾਂ ਬੱਚਿਆਂ ਵਿੱਚੋਂ ਇੱਕ ਬੱਚਾ ਐਸਾ ਵੀ ਸੀ ਜਿਸ ਦੀ ਉਮਰ ਕੋਈ 10 ਕੁ ਸਾਲ ਰਹੀ ਹੋਵੇਗੀ। ਉਸ ਮਰੇ ਹੋਏ ਬੱਚੇ ਦੀ ਲਾਸ਼ ਦੀ ਗੋਦੀ ਵਿੱਚ ਇੱਕ ਲਾਸ਼ ਹੋਰ ਵੀ ਸੀ, ਇੱਕ 3 ਸਾਲ ਦੇ ਬੱਚੇ ਦੀ ਲਾਸ਼। ਬਾਗ ਵਿੱਚ ਮੌਜੂਦ ਇੱਕ ਲਾਸ਼ ਦੇ ਕੋਲ ਇੱਕ ਔਰਤ ਬੈਠੀ ਸੀ। ਉਸ ਔਰਤ ਦਾ ਨਾਮ ਸੀ ਰਤਨ ਦੇਵੀ, ਜੋ ਆਪਣੇ ਪਤੀ ਦੀ ਲਾਸ਼ ਤੇ ਵਿਰਲਾਪ ਕਰ ਰਹੀ ਸੀ। ਅਤੇ ਇਸੇ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਜ਼ਖਮੀ ਲੋਕ ਆਪਣੀਆਂ ਦੀਆਂ ਲਾਸ਼ਾਂ ਕੋਲ ਬੈਠੇ ਹੋਏ ਸਨ। कुत्तों को भगाने के लिए मैंने एक छड़ी खोजी। वहां दर्द में छटपटाते 3 और लोगों को भी देखा। साथ ही करीब 12 साल के एक बच्चे को देखा जिसने कराहते हुए विनती की कि मैं वहां से ना जाऊं। मैंने पूछा कि क्या मैं उसे कुछ उड़ा दूं, लेकिन उसे तो केवल पानी चाहिए था। उस जगह मैं पानी कहां से लाती? अपनी अनुभूतियों को व्यक्त करना मेरे लिए असंभव है। वहां मृतकों के ढेर लगे पड़े थे। उनमें से बहुत से छोटे छोटे मासूम बच्चे भी थे। मैं वो दृश्य कभी नहीं भूल सकती। मृतकों के उस एकाकी जंगल में पूरी रात मैंने अकेले ही बिताई। हर घंटे घड़ी की आवाज सुनाई दे रही थी। सुबह 6 बजे मेरी गली से कुछ लोग चारपाई लाए और मैं अपने पति का शरीर घर ले जा सकी। उस रात मैंने जो अनुभव किया वो केवल मुझे और मेरे भगवान को ही पता है। ਉੱਥੇ ਮੌਜੂਦ ਮੁਰਦਿਆਂ ਦੀ ਅਤੇ ਉਹਨਾਂ ਦੇ ਵਿਰਲਾਪ ਕਰ ਰਹੇ ਉਹਨਾਂ ਦੇ ਘਰਦਿਆਂ ਦੀ ਖਬਰ ਲੈਣ ਵਾਲਾ ਕੋਈ ਨਹੀਂ ਸੀ। ਜ਼ਖਮੀਆਂ ਦਾ ਇਲਾਜ ਕਰਨ ਵਾਲਾ ਕੋਈ ਨਹੀਂ ਸੀ। ਉਹਨਾਂ ਨੂੰ ਪਾਣੀ ਤੱਕ ਪਿਲਾਉਣ ਵਾਲਾ ਕੋਈ ਨਹੀਂ ਸੀ। ਆਪ ਖੁਦ ਸੋਚੋ ਉਸ ਦਰਦਨਾਕ ਮਾਹੌਲ ਦੇ ਬਾਰੇ, ਜਿਹੜਾ ਅਗਲੇ 24 ਘੰਟਿਆਂ ਤੱਕ ਉਸੇ ਤਰ੍ਹਾਂ ਹੀ ਰਿਹਾ। ਉਹ ਦਰਦ, ਉਹ ਖਾਮੋਸ਼ੀ ਜਿਹੜੀ ਉਸ ਦਿਨ ਜਲਿਆਂਵਾਲਾ ਬਾਗ ਵਿੱਚ ਪਸਰੀ, ਉਹ ਖਾਮੋਸ਼ੀ ਹਿੰਦੁਸਤਾਨ ਦੇ ਸੀਨੇ ਵਿੱਚ ਅੱਜ ਤੱਕ ਗੂੰਜ ਰਹੀ ਹੈ। ਉਸ ਵੇਲੇ ਮਾਰਸ਼ਲ ਲਾਅ ਦੇ ਕਾਲੇ ਬੱਦਲਾਂ ਨੇ ਪੰਜਾਬ ਨੂੰ ਘੇਰ ਰੱਖਿਆ ਸੀ। ਅੰਮ੍ਰਿਤਸਰ ਵਿੱਚ ਇੱਕ ਪਾਸੇ ਸ਼ਹੀਦਾਂ ਦੇ ਪਰਿਵਾਰ ਰੁਦਨ ਵਿੱਚ ਡੁੱਬੇ ਹੋਏ ਸਨ ਤੇ ਦੂਜੇ ਪਾਸੇ ਅੰਗਰੇਜ਼ ਕਹੇ ਲਗਾ ਰਹੇ ਥੇ। ਕਲੱਬਾਂ ਵਿੱਚ ਨੱਚ ਰਹੇ ਸਨ, ਜਸ਼ਨ ਮਨਾ ਰਹੇ ਸਨ। ਉਸ ਰੋਜ਼ ਮਾਰਸ਼ਲ ਲਾਅ ਦਾ ਇਸਤੇਮਾਲ ਕਰਕੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਡੱਕ ਕੇ ਤਸੀਹੇ ਦਿੱਤੇ ਜਾਂਦੇ ਰਹੇ। ਇਸ ਕਤਲੇਆਮ ਦਾ ਦੋਨਾਂ ਡਾਇਰਾਂ ਤੇ ਕੋਈ ਅਸਰ ਨਹੀਂ ਹੋਇਆ। ਕਈ ਦਿਨਾਂ ਤੱਕ ਦੋਵੇਂ ਅੰਮ੍ਰਿਤਸਰ ਦੇ ਲੋਕਾਂ ਉੱਤੇ ਜ਼ੁਲਮ ਕਰਕੇ ਉਹਨਾਂ ਨੂੰ ਦਬਾਉਂਦੇ ਰਹੇ। ਉਹਨਾਂ ਦਾ ਜ਼ੁਲਮ ਇਸ ਹੱਦ ਤੱਕ ਸੀ ਕਿ ਜੋ ਵੀ ਹਿੰਦੁਸਤਾਨੀ ਉਸ ਗਲੀ ਵਿੱਚੋਂ ਗੁਜ਼ਰਦਾ ਉਹਨੂੰ ਗੋਡਿਆਂ ਤੇ ਹੱਥਾਂ ਦੇ ਭਾਰ ਰੇਂਗਣ ਤੇ ਮਜਬੂਰ ਕੀਤਾ ਜਾਂਦਾ। ਸਾਰਾ ਪੰਜਾਬ इस अंग्रेजी आतंक का सामना कर रहा है। अपने आप को जमीन पे रगड़ते हुए निकलो यहाँ से। जब 14 अप्रैल ਨੂੰ ਅੰਮ੍ਰਿਤਸਰ ਤੋਂ 87 ਕਿਲੋਮੀਟਰ ਦੂਰ ਗੁਜਰਾਂਵਾਲਾ ਵਿੱਚ ਕੁਝ ਭਾਰਤੀ ਅੰਗਰੇਜ਼ਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਉਹਨਾਂ ਉੱਤੇ ਹਵਾਈ ਜਹਾਜ਼ ਤੋਂ ਬੰਬ ਵਰਾਏ ਗਏ। ਪਤਾ ਨਹੀਂ ਕਿੰਨੇ ਮਾਰੇ ਗਏ। ਦੁਨੀਆ ਦੀ ਸਭਿਅਤਾ ਦਾ ਝੰਡਾ ਚੁੱਕਣ ਵਾਲੀ ਅੰਗਰੇਜ਼ ਹਕੂਮਤ ਦਾ ਅਸਲੀ ਚਿਹਰਾ ਇਹੀ ਸੀ।
पंजाब तो कोई खबर बाहर नहीं जा रही सी, पर हुंकार अजे तक जिंदा रही। ਉਹ ਮੂੰਹ ਤੇ ਰੱਖੀ ਹਥੇਲੀ ਵਿੱਚੋਂ ਵੀ ਫੁੱਟ ਫੁੱਟ ਕੇ ਨਿਕਲਦੀ ਰਹੀ। ਹੌਲੀ ਹੌਲੀ ਇਸ ਕਤਲੇਆਮ ਦੀ ਖਬਰ ਪੂਰੇ ਦੇਸ਼ ਵਿੱਚ ਫੈਲ ਗਈ ਤਾਂ ਪੂਰਾ ਹਿੰਦੁਸਤਾਨ ਵਿਰੋਧ ਵਿੱਚ ਉੱਠ ਖੜਾ ਹੋਇਆ। ਵਾਲਟ ਐਕਟ ਦੇ ਖਿਲਾਫ ਦੇਸ਼ ਭਰ ਵਿੱਚ ਅੰਦੋਲਨ ਤੇਜ਼ ਹੋ ਗਿਆ। ਇੱਥੇ ਦੇਸ਼ ਵਿੱਚ ਪ੍ਰਦਰਸ਼ਨ ਅਤੇ ਧਰਨੇ ਹੋ ਰਹੇ ਸਨ ਤੇ ਉਧਰ ਅੰਗਰੇਜ਼ ਡਾਇਰ ਦਾ ਗੁਣਗਾਨ ਕਰ ਰਹੇ ਸਨ। ਉਹਨਾਂ ਦਾ ਖਿਆਲ ਸੀ ਕਿ ਇਹਨਾਂ ਗੋਲੀਆਂ ਦੀਆਂ ਆਵਾਜ਼ਾਂ ਵਿੱਚ ਭਾਰਤ ਦਾ ਰਾਸ਼ਟਰਵਾਦ ਅਤੇ ਸੁਤੰਤਰਤਾ ਸੰਗਰਾਮ ਦਬ ਜਾਵੇਗਾ। ਇੱਕ ਅੰਗਰੇਜ਼ ਕਵੀ ਰੁਡਯਾਰਡ ਕਿਪਲਿੰਗ ਨੇ ਡਾਇਰ ਨੂੰ ਸ਼ਾਬਾਸ਼ੀ ਹੀ ਨਹੀਂ ਦਿੱਤੀ, ਬਲਕਿ ਉਸ ਲਈ ਇੱਕ ਰਾਹਤ ਕੋਸ਼ ਵੀ ਖੋਲ ਦਿੱਤਾ। ਅੰਗਰੇਜ਼ੀ ਅਖਬਾਰ ਡਾਇਰ ਨੂੰ ਸਾਮਰਾਜ ਦਾ ਬਹਾਦਰ ਰੱਖਿਅਕ ਦੱਸ ਰਹੇ ਸਨ। ਭਾਰਤੀਆਂ ਨੇ ਇਸ ਬੇਸ਼ਰਮੀ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਕਤਲੇਆਮ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਦਿਆਂ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਆਪਣੀ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ। ਮਹਾਤਮਾ ਗਾਂਧੀ ਨੇ ਕੇਸਰੇ ਹਿੰਦ ਦੀ ਪਦਵੀ ਵਾਪਸ ਕਰ ਦਿੱਤੀ। ਬੰਬੇ ਕ੍ਰੋਨਿਕਲ ਦੇ ਸੰਪਾਦਕ ਪੀ.ਜੀ. ਹੌਨਮਨ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਦੇਸ਼ ਦੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿੱਚ ਆਪਣਾ ਵਿਰੋਧ ਦਰਜ ਕੀਤਾ। नहीं रंग आसमां का हम तुझको फूंक देंगे डायर तो है कहाँ का ये आह का दुआ है नहीं रंग आसमां का हम तुझको फूंक देंगे डायर तो है कहाँ का तू बेवफा है जालिम तू पुरजफा है जालिम बाकी न नाम रखा जानिया में बाग अपनी अता पे ना जा तो करके तूने डायर तड़पाया केवल वो जन को जिक्र क्या है जवां का तुझसा ना होगा कोई ਇਹਨਾਂ ਤਰਾਨਿਆਂ ਵਿੱਚ ਦੇਸ਼ ਦਾ ਦੁੱਖ ਸੀ, ਦੇਸ਼ ਭਗਤੀ ਸੀ ਅਤੇ ਇਹੀ ਅੰਗਰੇਜ਼ਾਂ ਨੂੰ ਇੱਕ ਚੇਤਾਵਨੀ ਸੀ ਕਿ ਤੁਸੀਂ ਕਦੋਂ ਤੱਕ ਜ਼ੁਲਮ ਕਰਦੇ ਰਹੋਗੇ। ਇਹ ਦੇਸ਼ ਸਾਡਾ ਹੈ ਅਤੇ ਅਸੀਂ ਇਸ ਨੂੰ ਆਜ਼ਾਦ ਕਰਾ ਕੇ ਹੀ ਰਹਾਂਗੇ। ਫਿਰ ਵੀ ਜਦੋਂ ਦੇਸ਼ ਭਰ ਵਿੱਚ ਹੋ ਰਹੇ ਵਿਰੋਧ ਨਹੀਂ ਰੁਕੇ ਤਾਂ ਉਹਨਾਂ ਤੋਂ ਬਚਣ ਲਈ ਅੰਗਰੇਜ਼ੀ ਹੁਕੂਮਤ ਨੇ ਹੰਟਰ ਕਮੇਟੀ ਬਣਾਈ। ਉਸ ਕਮੇਟੀ ਦੀ ਸੱਚਾਈ ਸਾਹਮਣੇ ਲਿਆਉਣ ਲਈ ਕਾਂਗਰਸ ਨੇ ਮਦਨ ਮੋਹਨ ਮਾਲਵੀਆ ਦੀ ਨਿਗਰਾਨੀ ਹੇਠ ਆਪਣੀ ਇਨਕੁਆਇਰੀ ਕਮੇਟੀ ਬਣਾਈ। ਪੰਜਾਬ ਦੇ ਲੋਕਾਂ ਨਾਲ ਆਪਣੀ ਇਕਜੁੱਟਤਾ ਦਿਖਾਉਣ ਲਈ ਕਾਂਗਰਸ ਨੇ ਆਪਣਾ ਸਾਲਾਨਾ ਅਧਿਵੇਸ਼ਨ ਵੀ ਅੰਮ੍ਰਿਤਸਰ ਵਿੱਚ ਕੀਤਾ। ਇਸ ਅਧਿਵੇਸ਼ਨ ਵਿੱਚ ਅੰਗਰੇਜ਼ਾਂ ਦੇ ਵਹਿਸ਼ੀਪਣੇ ਦੀ ਬਹੁਤ ਆਲੋਚਨਾ ਕੀਤੀ ਗਈ। ਇਸ ਘਟਨਾ ਮਗਰੋਂ ਹਿੰਦੁਸਤਾਨ ਵਿੱਚ ਰਾਸ਼ਟਰੀ ਅੰਦੋਲਨ ਦੀਆਂ ਵਿਚਾਰਧਾਰਾਵਾਂ ਹੋਰ ਵੀ ਪ੍ਰਬਲ ਹੋ ਗਈਆਂ। ਜਲਿਆਂਵਾਲਾ ਬਾਗ ਦੇ ਇਸ ਕਤਲੇਆਮ ਮਗਰੋਂ ਉੱਥੇ ਹੋਏ ਜ਼ੁਲਮਾਂ ਨੂੰ ਜਦੋਂ ਆਪਣੇ ਪਿੰਡ ਜਾ ਕੇ ਇੱਕ ਬਾਲਕ ਨੇ ਦੇਖਿਆ ਤਾਂ ਉਸ ਬਾਲਕ ਵਿੱਚ ਦੇਸ਼ ਪ੍ਰੇਮ ਅਤੇ ਆਜ਼ਾਦੀ ਲਈ ਅਲਖ ਜਗ ਗਈ। ਉਸਨੇ ਉਸ ਬਾਲਕ ਨੂੰ ਭਗਤ ਸਿੰਘ ਬਣਾ ਦਿੱਤਾ। 13 ਅਪ੍ਰੈਲ 1919 ਵਿੱਚ ਹੋਏ ਇਸ ਕਤਲੇਆਮ ਦਾ ਬਦਲਾ 21 ਸਾਲ ਬਾਅਦ ਪੰਜਾਬ ਦੇ ਬੇਟੇ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦੀ ਬੰਦੂਕ ਨੇ ਲਿਆ। ਉਹ ਗਦਰ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਲੰਡਨ ਦੇ ਕੌਕਸਟਨ ਹਾਲ ਵਿੱਚ 13 ਮਾਰਚ 1940 ਵਾਲੇ ਦਿਨ ਚੱਲੀਆਂ ਉਹ 6 ਗੋਲੀਆਂ ਮਾਈਕਲ ਓਡਾਇਰ ਦੇ ਜਿਸਮ ਵਿੱਚ ਉਤਰੀਆਂ। ਉਹੀ ਮਾਈਕਲ ਓਡਾਇਰ ਜਿਸਨੇ ਜਨਰਲ ਡਾਇਰ ਨੂੰ ਜਲਿਆਂਵਾਲਾ ਬਾਗ ਵਿੱਚ ਕਤਲੇਆਮ ਲਈ ਭੇਜਿਆ ਸੀ। ਉਸ ਨੂੰ ਗੋਲੀ ਮਾਰਨ ਮਗਰੋਂ ਊਧਮ ਸਿੰਘ ਉੱਥੋਂ ਭੱਜਿਆ ਨਹੀਂ, उसने बड़ी शांति नाल अपनी गिरफ्तारी दी थी। मैंने अपनी जिंदगी का मकसद पूरा कर लिया और रही बात माइकल ओडायर की तो वो इसी के लायक था। उसे मेरे हाथों मरना ही था। 21 साल से मुझे उसकी चलवाई गोलियों की गूंज ने सोने नहीं दिया है और अब जाकर वो शांत हुई है।
अब मेरे जीने या मरने से कोई फर्क नहीं पड़ता। अब मुझे मौत का कोई खौफ नहीं। अपने मुकदमे दौरान हिंदू मुस्लिम एकता की मिसाल कायम करते हुए उसने अपना नाम मोहम्मद सिंह आजाद दसिया। मेरे पे कत्ल का इल्जाम है, पता है मुझे अपने किए पर गर्व है, क्योंकि मैंने वो अपने मुल्क की आजादी के लिए किया है। क्या ये अदालत मुझे बतलाएगी कि क्या जलियांवाला बाग में जनरल डायर की मनाई हुई वो खूनी बैसाखी कत्लेआम नहीं थी? अंग्रेजों ने उसको लंदन की पेंटन विले जेल विच फांसी ते लटका दिता। आज भी ये देश उस शहीद नू सलाम करता है। शहीद तेरी मौत ही तेरे वतन की जिंदगी, शहीद तेरी मौत ही तेरे वतन की जिंदगी। तेरे लहू से जाग उठेगी इस चमन की जिंदगी। खिलेंगे फूल उस जगह कि तू जहां शहीद हो, खिलेंगे फूल उस जगह कि तू जहां शहीद हो। शहीद तेरी मौत ही तेरे वतन की जिंदगी। ये जो इतिहास आप सारे ने सुनेगा, ये इतिहास उस जुल्म का भरिया इतिहास है जिसको साडे देशवासियों ने जलिया सी। ये वो जलियांवाला बाग का इतिहास है जो सानू सिखाता है कि जालिम चाहे कितना भी जुल्मी क्यों ना होवे, वो एक दिन झुकदा जरूर है। ये इतिहास उन शहीदां का इतिहास है जिन्हां दी शहादत नूं ये देश ਅਤੇ ਇਸ ਦੇ ਲੋਕੀ ਤੁਸੀਂ ਤੇ ਅਸੀਂ ਕਦੇ ਬੇਕਾਰ ਨਹੀਂ ਜਾਣ ਦੇਵਾਂਗੇ।